Good morning, students. Now we will start our next topic, topic number 4th of 8th chapter. ਅੱਜ ਜੋ ਆਪਾਂ ਟੌਪਿਕ ਡਿਸਕਸ ਕਰਨਾ ਉਹ ਹੈਗਾ ਪ੍ਰੋਪੈਂਸਿਟੀ ਟੂ ਸੇਵ, ਜਿਹਨੂੰ ਬਚਤ ਪ੍ਰਵਿਰਤੀ ਬੋਲਿਆ ਜਾਂਦਾ ਹੈ। ਕਲੀਅਰ? ਕਹਿੰਦੇ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਬਚਤ ਪ੍ਰਵਿਰਤੀ ਕਰਨ ਤੋਂ ਪਹਿਲਾਂ ਕਿ ਸੇਵਿੰਗ ਕੀ ਹੁੰਦਾ, ਸੇਵ ਕਰਨਾ ਕੀ ਆ, ਬਚਤ ਕੀ ਆ। ਕਲੀਅਰ? ਕਹਿੰਦੇ ਸੇਵਿੰਗ ਇਜ਼ ਦ ਡਿਫਰੈਂਸ ਬਿਟਵੀਨ ਇਨਕਮ ਐਂਡ ਦਾ ਕੰਜ਼ੰਪਸ਼ਨ। ਆਪਾਂ ਨੂੰ ਪਤਾ ਕਿ ਜੋ ਆਪਣੀ ਇਨਕਮ ਹੁੰਦੀ ਆ ਉਹਨੂੰ ਆਪਾਂ 2 ਪਾਰਟਸ ਦੇ ਵਿੱਚ ਡਿਵਾਈਡ ਕਰਦੇ ਆ। ਇਨਕਮ ਦਾ ਇੱਕ ਹਿੱਸਾ ਤਾਂ ਆਪਾਂ ਖਰਚ ਕਰ ਲੈਂਦੇ ਆ ਤੇ ਦੂਜਾ ਹਿੱਸਾ ਕੀ ਆ, ਬਚਾ ਕੇ ਰੱਖ ਲੈਂਦੇ ਆ। ਸੋ ਇਨਕਮ ਦਾ ਜੋ ਹਿੱਸਾ ਆਪਾਂ ਬਚਾ ਕੇ ਰੱਖਦੇ ਆ ਉਹਨੂੰ ਕੀ ਬੋਲਿਆ ਜਾਂਦਾ, ਬਚਤ ਬੋਲਿਆ ਜਾਂਦਾ, ਸੇਵਿੰਗ ਬੋਲਿਆ ਜਾਂਦਾ। ਕਲੀਅਰ? ਸੋ ਆਪਾਂ ਸੇਵਿੰਗ ਨੂੰ ਕਿੱਦਾਂ ਕੱਢ ਸਕਦੇ ਆ, S is equal to Y minus C, ਠੀਕ ਹੈ, ਵੇਅਰ Y is income and C is consumption। ਸੋ ਆਪਾਂ ਕਹਿ ਸਕਦੇ ਹਾਂ ਕਿ ਸੇਵਿੰਗ ਇਜ਼ ਅ ਡਿਫਰੈਂਸ ਬਿਟਵੀਨ ਦਾ ਇਨਕਮ ਐਂਡ ਦਾ ਕੰਜ਼ੰਪਸ਼ਨ। ਠੀਕ ਹੈ, ਸੇਵਿੰਗ ਕੀ ਆ, ਇਹ ਡਿਫਰੈਂਸ ਆ ਆਪਣੀ ਜਿਹੜੀ ਇਨਕਮ ਆ ਉਹਦੇ ਵਿੱਚੋਂ ਜਦੋਂ ਆਪਾਂ ਕੰਜ਼ੰਪਸ਼ਨ ਕੱਢਦੇ ਹਾਂ, ਜੋ ਵੀ ਹਿੱਸਾ ਆਪਣਾ ਬਚਦਾ ਉਹ ਕੀ ਆ, ਸੇਵਿੰਗ। ਇਸ ਤੋਂ ਅੱਗੇ ਪ੍ਰੋਫੈਸਰ ਕੇਨਜ਼ ਦੇ ਅਕੋਰਡਿੰਗ ਪ੍ਰੋਫੈਸਰ ਨੇ ਕੀ ਕਿਹਾ, ਪ੍ਰੋਫੈਸਰ ਕੇਨਜ਼ ਕੀ ਕਹਿੰਦੇ ਨੇ ਕਿ ਦਾ ਸੇਵਿੰਗ ਡਿਪੈਂਡਸ ਔਨ ਇਨਕਮ। ਆਪਾਂ ਨੂੰ ਪਤਾ ਵੀ ਆਪਣੀ ਜਿਹੜੀ ਇਨਕਮ ਆ ਉਹਦੇ ਤੇ ਹੀ ਡਿਪੈਂਡ ਕਰਦੀ ਹੈ ਸੇਵਿੰਗ। ਸੋ ਆਪਾਂ ਕਹਿ ਸਕਦੇ ਹਾਂ ਕਿ ਸੇਵਿੰਗ ਇਜ਼ ਅ ਫੰਕਸ਼ਨ ਆਫ ਇਨਕਮ। ਸੋ ਆਪਾਂ ਇਹਨੂੰ ਮੈਥਮੈਟਿਕ ਫਾਰਮ ਦੇ ਵਿੱਚ ਜਾਂ ਸਿੰਬੋਲੀਕਲੀ ਆਪਾਂ ਏਦਾਂ ਲਿਖ ਸਕਦੇ ਹਾਂ ਕਿ S is equal to ਫੰਕਸ਼ਨ ਆਫ Y, ਮਤਲਬ ਜਿਹੜੀ ਸੇਵਿੰਗ ਆ ਉਹ ਕਿਹਦਾ ਫੰਕਸ਼ਨ ਆ, Y ਦਾ ਫੰਕਸ਼ਨ ਆ। ਠੀਕ ਹੈ, ਜਿਹੜੀ Y ਆ ਉਹਦੇ ਤੇ ਡਿਪੈਂਡ ਕਰਦੀ ਆ ਆਪਣੀ ਸੇਵਿੰਗ। ਠੀਕ ਹੈ, ਕਿਉਂਕਿ ਜਿੱਦਾਂ ਆਪਣੀ ਇਨਕਮ ਵਧੂਗੀ ਆਪਾਂ ਸੇਵਿੰਗ ਵੀ ਵਧਾ ਦਾਂਗੇ ਤੇ ਜਿੱਦਾਂ ਆਪਣੀ ਇਨਕਮ ਘਟੂਗੀ ਤਾਂ ਆਪਾਂ ਸੇਵਿੰਗ ਵੀ ਘਟਾ ਦਾਂਗੇ। ਸੋ ਕੀ ਆ, ਜਿਹੜਾ S ਆ ਉਹ ਕਿਹਦਾ ਫੰਕਸ਼ਨ ਆ, Y ਦਾ ਫੰਕਸ਼ਨ ਆ। ਸੇਵਿੰਗਸ ਦਾ ਫੰਕਸ਼ਨ ਆਫ ਇਨਕਮ। ਇਸ ਤੋਂ ਅੱਗੇ ਕੀ ਆ, ਪ੍ਰੋਪੈਂਸਿਟੀ ਟੂ ਸੇਵ। ਅੱਗੇ ਆਪਾਂ ਮੀਨਿੰਗ ਦੇਖਦੇ ਹਾਂ ਕਿ ਪ੍ਰੋਪੈਂਸਿਟੀ ਟੂ ਸੇਵ ਨੂੰ ਕਿਵੇਂ ਡਿਫਾਈਨ ਕਰਦੇ ਆ, ਜਿਹਨੂੰ ਪੰਜਾਬੀ ਵਿੱਚ ਬਚਤ ਪ੍ਰਵਿਰਤੀ ਬੋਲਿਆ ਜਾਂਦਾ। ਮੇ ਬੀ ਡਿਫਾਈਨਡ ਐਜ਼ ਅ ਸਕੈਜੂਲ ਸ਼ੋਇੰਗ ਅਮਾਊਂਟਸ that will be saved at the different level of income। ਠੀਕ ਹੈ, ਇਹ ਉਦਾਂ ਹੀ ਹੈ ਜਿੱਦਾਂ ਆਪਾਂ ਪ੍ਰੋਪੈਂਸਿਟੀ ਟੂ ਕੰਜ਼ਿਊਮ ਦੇਖਦੇ ਸੀ। ਆਪਾਂ ਕੰਜ਼ਿਊਮ ਦੇ ਵਿੱਚ ਦੇਖਦੇ ਸੀ ਕਿ ਡਿਫਰੈਂਟ ਲੈਵਲ ਦੇ ਉੱਪਰ, ਠੀਕ ਹੈ, ਜਦੋਂ ਆਪਣੀ ਇਨਕਮ ਦੇ ਡਿਫਰੈਂਟ ਲੈਵਲ ਆ ਉਹਦੇ ਤੇ ਆਪਾਂ ਕੰਜ਼ੰਪਸ਼ਨ ਕਿੱਦਾਂ ਕਰਦੇ ਸੀ। ਸੋ ਇਹਦੇ ਵਿੱਚ ਆਪਾਂ ਕੀ ਦੇਖਣਾ ਕਿ ਇਨਕਮ ਦੇ ਡਿਫਰੈਂਟ ਲੈਵਲ ਦੇ ਉੱਪਰ, ਇਨਕਮ ਦੇ ਡਿਫਰੈਂਟ ਲੈਵਲਸ ਨੇ, ਠੀਕ ਹੈ, ਵੱਖ-ਵੱਖ ਲੈਵਲਸ ਨੇ, ਉਹਨਾਂ ਦੇ ਉੱਤੇ ਆਪਾਂ ਕਿੰਨੀ ਅਮਾਊਂਟ ਦੇ ਵਿੱਚ ਕੀ ਆ ਸੇਵਿੰਗ ਕਰ ਰਹੇ ਆ। ਠੀਕ ਹੈ, ਉਹਨੂੰ ਜੋ ਸ਼ੋ ਕਰਦਾ ਹੋਇਆ ਸਕੈਜੂਲ ਆ ਉਹਨੂੰ ਕੀ ਬੋਲਦੇ ਆ ਆਪਾਂ, ਪ੍ਰੋਪੈਂਸਿਟੀ ਟੂ ਸੇਵ। ਠੀਕ ਹੈ, ਉਦਾਂ ਹੀ ਕੀ ਆ ਪ੍ਰੋਪੈਂਸਿਟੀ ਟੂ ਕੰਜ਼ਿਊਮ ਵਾਂਗੂ ਪ੍ਰੋਪੈਂਸਿਟੀ ਟੂ ਸੇਵ ਦੇ 2 ਕੰਸੈਪਟ ਆ। ਇੱਕ ਹੈਗਾ APC, ਜਿਹਨੂੰ ਕਿ APS, ਠੀਕ ਹੈ, ਔਰ ਦੂਜਾ ਕੀ ਹੈ MPS। ਠੀਕ ਹੈ, ਇੱਥੇ ਉੱਥੇ ਕੀ ਸੀ, APC ਸੀਗਾ ਕਿਉਂਕਿ ਉਹ ਕੰਜ਼ੰਪਸ਼ਨ ਸੀ, ਇੱਥੇ S ਲੱਗ ਜੂਗਾ ਕਿਉਂਕਿ ਇਹ ਸੇਵਿੰਗ ਆ। ਸੋ ਦੇਖੋ, ਐਵਰੇਜ ਪ੍ਰੋਪੈਂਸਿਟੀ ਟੂ ਸੇਵ ਐਂਡ ਮਾਰਜਨਲ ਪ੍ਰੋਪੈਂਸਿਟੀ ਟੂ ਸੇਵ। ਠੀਕ ਹੈ, ਉਦਾਂ ਹੀ ਸੇਮ ਫਾਰਮੂਲਾ APS is equal to S over Y। ਠੀਕ ਹੈ, ਜਦੋਂ ਆਪਾਂ ਪਹਿਲਾਂ ਪਿਛਲਾ ਟੌਪਿਕ ਕੀਤਾ ਉਹਦੇ ਵਿੱਚ ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ ਕਿਵੇਂ ਕੱਢਦੇ ਸੀ, C over Y। ਠੀਕ ਹੈ, ਇੱਥੇ ਚੇਂਜ ਸਿਰਫ ਕੀ ਹੋਇਆ ਕਿ C ਦੀ ਜਗ੍ਹਾ ਤੇ ਕੀ ਆ, ਕੰਜ਼ੰਪਸ਼ਨ ਦੀ ਜਗ੍ਹਾ ਤੇ ਆਪਣੀ ਸੇਵਿੰਗ ਆ ਜਾਣੀ ਹੈ। ਠੀਕ ਹੈ, ਬਾਕੀ ਸਾਰਾ ਉਦਾਂ ਹੀ ਆ। ਇਸ ਤੋਂ ਅੱਗੇ ਕੀ ਆ, ਮਾਰਜਨਲ ਪ੍ਰੋਪੈਂਸਿਟੀ ਟੂ ਸੇਵ ਇਜ਼ ਇਕੁਅਲ ਟੂ ਚੇਂਜ ਇਨ ਸੇਵਿੰਗ ਓਵਰ ਚੇਂਜ ਇਨ Y। ਠੀਕ ਹੈ, ਤਾਂ ਆਪਾਂ ਜੋ MPC ਕਰਦੇ ਸੀ ਤਾਂ ਉਹਦੇ ਵਿੱਚ ਕੀ ਸੀ ਕਿ ਚੇਂਜ ਇਨ C ਓਵਰ ਚੇਂਜ ਇਨ Y। ਕਲੀਅਰ? ਸੋ ਇਹ ਇਹਦੇ ਕੀ ਆ ਫਾਰਮੂਲਾਜ਼ ਨੇ। ਸੋ ਇਸ ਤੋਂ ਅੱਗੇ ਆਪਾਂ ਕੀ ਆ ਐਵਰੇਜ ਪ੍ਰੋਪੈਂਸਿਟੀ ਟੂ ਸੇਵ ਨੂੰ ਡੀਪਲੀ ਐਕਸਪਲੇਨ ਕਰਦੇ ਹਾਂ। ਕੀ ਕਹਿੰਦੇ ਆ, ਐਵਰੇਜ ਪ੍ਰੋਪੈਂਸਿਟੀ ਟੂ ਸੇਵ ਇਜ਼ ਅ ਰੇਸ਼ੀਓ ਆਫ ਟੋਟਲ ਸੇਵਿੰਗ ਟੂ ਦਾ ਟੋਟਲ ਇਨਕਮ। ਠੀਕ ਹੈ, ਸੋ ਆਪਾਂ ਕੀ ਕਹਿ ਸਕਦੇ ਹਾਂ ਕਿ APC ਕੀ ਆ, APS ਕੀ ਆ, ਸੌਰੀ, is equal to S over Y। ਮਤਲਬ S ਕੀ ਹੈ, ਟੋਟਲ ਜਾਂ ਐਗਰੀਗੇਟ ਸੇਵਿੰਗ, ਸਾਰੀ ਇਕਨੋਮੀ ਦੇ ਵਿੱਚ ਜਿੰਨੀ ਵੀ ਸੇਵਿੰਗ ਕੀਤੀ ਜਾਂਦੀ ਆ, ਔਰ Y ਕੀ ਆ, ਆਪਣੀ ਐਗਰੀਗੇਟ ਇਨਕਮ, ਜਿਹਨੂੰ ਟੋਟਲ ਇਨਕਮ ਵੀ ਕਿਹਾ ਜਾਂਦਾ। ਕਲੀਅਰ? ਹੁਣ ਆਪਾਂ ਐਗਜ਼ਾਮਪਲ ਲਵਾਂਗੇ ਕਿ ਕਿੱਦਾਂ, ਜਿੱਦਾਂ ਕੀ ਆ ਨੈਸ਼ਨਲ ਇਨਕਮ ਕਿਸੇ ਵੀ ਕੰਟਰੀ ਦੀ ਕੀ ਆ 100 ਕਰੋੜ ਹੈ। ਠੀਕ ਹੈ, ਇਹਦੇ ਵਿੱਚੋਂ ਕੀ ਆ 40 ਕਰੋੜ ਰੁਪਇਆ ਜਿਹੜਾ 40 ਕਰੋੜ ਰੁਪੀਜ਼ ਆ ਜਿਹੜੇ ਉਹ ਸੇਵ ਕਰ ਦਿੱਤੇ ਜਾਂਦੇ ਆ। ਸੋ ਆਪਾਂ ਕੀ ਕੱਢਾਂਗੇ, ਐਵਰੇਜ ਪ੍ਰੋਪੈਂਸਿਟੀ ਟੂ ਸੇਵ ਇਜ਼ ਇਕੁਅਲ ਟੂ ਕੀ ਲਿਖਾਂਗੇ, S over Y। ਸੋ ਆਪਣੀ S ਕੀ ਆ 40 ਐਂਡ Y ਕਿੰਨੀ ਆ 100। ਸੋ ਆਪਾਂ ਇਹਨਾਂ ਨੂੰ ਕੀ ਆ, ਆਪਾਂ ਕਿਹਾ ਸੀ ਕਿ ਇਹ ਇਹਦਾ ਦੋਨਾਂ ਦੀ ਰੇਸ਼ੀਓ ਆ, ਮਤਲਬ ਇਹਨਾਂ ਦੋਨਾਂ ਦਾ ਕੀ ਆ ਅਨੁਪਾਤ ਆ। ਸੋ ਇਹਦਾ ਜੋ ਆਪਣਾ ਕੀ ਨਿਕਲੂਗਾ 0.4 ਕੀ ਆ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ 40% ਹਿੱਸਾ ਕੀ ਆ ਸੇਵ ਕੀਤਾ ਜਾਂਦਾ ਆਪਣੀ ਇਨਕਮ ਦੇ ਵਿੱਚੋਂ। ਕਲੀਅਰ? ਇਹ ਆਪਣਾ ਕੀ ਹੋ ਗਿਆ APC, APS।
इस तो अगे आप इहदा एक ਸਕੈਜੂਲ बनावांगे। ਸਕੈਜੂਲ ਦੇ ਵਿੱਚ ਆਪਾਂ ਕੀ ਲਿਖਦੇ ਹਾਂ, ਇਧਰਲੀ ਸਾਈਡ ਤੇ ਆਪਾਂ ਨੂੰ ਕੀ ਚਾਹੀਦੀ ਹੈ, ਇੱਕ ਆਪਾਂ ਇਨਕਮ ਤੋਂ ਸਟਾਰਟ ਕਰਦੇ ਹਾਂ ਹਮੇਸ਼ਾ, ਤੇ ਹੋਰ ਆਪਾਂ ਨੂੰ ਕੀ ਚਾਹੀਦਾ, ਸੇਵਿੰਗ। ਠੀਕ ਹੈ, ਪਹਿਲਾਂ ਇਨਕਮ ਜੋ 100 ਸੀ ਤਾਂ ਸੇਵਿੰਗ ਆਪਣੀ 20 ਸੀ। ਠੀਕ ਹੈ, ਇਨਕਮ ਵੱਧ ਕੇ ਆਪਣੀ ਕੀ ਹੋਗੀ, 200 ਹੋਗੀ, ਤਾਂ ਆਪਣੀ ਜਿਹੜੀ ਸੇਵਿੰਗ ਵੀ ਆ ਵੱਧ ਕੇ ਕਿੰਨੀ ਹੋ ਜਾਊਗੀ, 80 ਹੋ ਜਾਊਗੀ। ਮਤਲਬ ਕੀ ਆ, ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਜਿੱਦਾਂ ਜਿੱਦਾਂ ਕੀ ਆ ਸੇਵਿੰਗ ਆਪਣੀ ਜਿਹੜੀ ਇਨਕਮ ਆ ਇਨਕਰੀਜ਼ ਹੁੰਦੀ ਆ, ਉਦਾਂ ਉਦਾਂ ਕੀ ਆ ਸੇਵਿੰਗ ਵੀ ਇਨਕਰੀਜ਼ ਹੁੰਦੀ ਆ। ਕਲੀਅਰ। ਸੋ ਦੇਖੋ ਜਿਹੜਾ APS is equal to S over Y ਸੀ। ਠੀਕ ਹੈ, ਇਹ ਆਪਾਂ ਲਿਖ ਦਾਂਗੇ। S ਕੀ ਹੈ ਇੱਥੇ 20 over 100, ਇੱਥੇ ਕੀ ਆ S ਕਿੰਨਾ ਆਪਣਾ 80 over ਇਨਕਮ ਕਿੰਨੀ ਆ 200। ਸੋ ਆ ਕੀ ਆਪਣਾ ਆ ਗਿਆ APS। ਇਸ ਤੋਂ ਬਾਅਦ ਆਪਾਂ ਇਹਦੀ ਡਾਇਗਰਾਮ ਬਣਾਵਾਂਗੇ। ਡਾਇਗਰਾਮ ਦੇ ਵਿੱਚ X ਐਕਸਿਸ ਦੇ ਉੱਤੇ ਇਨਕਮ ਤੇ Y ਐਕਸਿਸ ਦੇ ਉੱਤੇ ਸੇਵਿੰਗ ਲਈ ਹੋਈ ਹੈ, ਕਿਉਂਕਿ ਆਪਾਂ ਪੜ੍ਹਿਆ ਪਹਿਲਾਂ ਵੀ ਇਨਕਮ ਦੇ ਉੱਪਰ ਹੀ ਡਿਪੈਂਡ ਕਰਦੀ ਆ ਸੇਵਿੰਗ ਆ। ਸੋ ਦੇਖੋ ਸੇਵਿੰਗ ਕੀ ਆ ਮਾਈਨਸ ਦੇ ਵਿੱਚ ਲਈਆਂ ਗਈਆਂ। ਇਹ ਕਿਉਂ ਲਈਆਂ ਗਈਆਂ, ਇਹਦੀ ਲਾਈਨ ਕੀ ਆ ਨੈਗੇਟਿਵ ਦੇ ਵਿੱਚ ਚਲੀ ਗਈ। ਸੋ ਕੀ ਆ -20 ਦੇ ਵਿੱਚ ਸੇਵਿੰਗਸ ਕਿਉਂ ਗਈਆਂ। ਆਪਾਂ ਪਹਿਲਾਂ ਪੜ੍ਹਿਆ ਸੀ ਕਿ ਆਪਾਂ ਕੰਜ਼ੰਪਸ਼ਨ ਦਾ ਪੂਰਾ ਟੌਪਿਕ ਪੜ੍ਹ ਚੁੱਕੇ ਆ। ਆਪਾਂ ਕੀ ਆ ਕਹਿੰਦੇ ਜਦੋਂ ਇਨਕਮ ਕਿਸੇ ਵੀ ਵਿਅਕਤੀ ਦੀ ਜਾਂ ਸਾਰੀ ਇਕੋਨਮੀ ਦੇ ਵਿੱਚ 0 ਹੁੰਦੀ ਹੈ ਤਾਂ ਕੁਛ ਨਾ ਕੁਛ ਆਪਾਂ ਪੜ੍ਹਿਆ ਸੀ ਮਿਨੀਮਮ ਲੈਵਲ ਆਫ ਕੰਜ਼ੰਪਸ਼ਨ ਬਣਿਆ ਰਹਿੰਦਾ। ਠੀਕ ਹੈ, ਇਸੇ ਤਰ੍ਹਾਂ ਕਹਿੰਦੇ ਜਿਹੜੀ ਆ ਕੰਜ਼ੰਪਸ਼ਨ ਕੀਤੀ ਜਾਂਦੀ ਸੀ ਆਪਾਂ ਇਹ ਵੀ ਪੜ੍ਹਿਆ ਸੀ ਕਿ ਇਹਦੇ ਵਿੱਚ ਪਾਸਟ ਸੇਵਿੰਗਸ ਯੂਜ਼ ਕੀਤੀਆਂ ਜਾਂਦੀਆਂ। ਕਲੀਅਰ। ਸੋ ਕਹਿੰਦੇ ਜਿਹੜੀਆਂ ਆਪਣੀ ਸੇਵਿੰਗ ਦੀ ਲਾਈਨ ਕੀ ਆ ਹਮੇਸ਼ਾ ਨੈਗੇਟਿਵ ਹੁੰਦੀ ਹੈ, ਕਿਉਂਕਿ ਪਹਿਲਾਂ ਆਪਾਂ ਕੁਝ ਵੀ ਕੀ ਆ ਸੇਵ ਨਹੀਂ ਕਰਦੇ ਹੁੰਦੇ। ਠੀਕ ਹੈ, ਜਦੋਂ ਆਪਣੀ ਇਨਕਮ 0 ਹੁੰਦੀ ਆ ਆਪਣਾ ਪਿਛਲੀਆਂ ਜੋ ਸੇਵਿੰਗਸ ਹੁੰਦੀਆਂ ਉਹਨਾਂ ਦਾ ਯੂਜ਼ ਕਰਦੇ ਆ। ਸੋ ਇਹ ਪਿਛਲੀਆਂ ਸੇਵਿੰਗਸ ਆ ਜਿਨ੍ਹਾਂ ਦਾ ਯੂਜ਼ ਕੀਤਾ। ਸੋ ਫਿਰ ਇਸ ਤੋਂ ਅੱਗੇ ਕੀ ਆ ਆਪਣੀਆਂ ਸੇਵਿੰਗਸ 0 ਹੋ ਜਾਂਦੀਆਂ। ਠੀਕ ਹੈ, ਫਿਰ ਜਿੱਦਾਂ ਜਿੱਦਾਂ ਆਪਣੀ ਇਨਕਮ ਵੱਧਦੀ ਆ ਉਦਾਂ ਉਦਾਂ ਕੀ ਆ ਸੇਵਿੰਗ ਵੱਧਦੀ ਜਾਂਦੀ ਆ। ਸੋ A ਐਂਡ B ਪੁਆਇੰਟ ਕੀ ਨੂੰ ਸ਼ੋ ਕਰ ਰਹੇ ਨੇ, APS ਐਂਡ APS, ਜਿੱਥੇ ਕਿ ਸੈਕਿੰਡ ਜਦੋਂ ਇੰਕਰੀਮੈਂਟ ਹੋਇਆ ਠੀਕ ਹੈ ਇਨਕਮ ਦੇ ਵਿੱਚ ਤਾਂ ਉਦੋਂ ਕੀ ਆ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸੇਵਿੰਗ ਦੇ ਵਿੱਚ ਕਿੰਨਾ ਵਾਧਾ ਹੋਇਆ। ਠੀਕ ਹੈ, ਇਸ ਤਰ੍ਹਾਂ ਕੀ ਹੈ ਤੁਸੀਂ ਯਾਦ ਰੱਖਣਾ ਕਿ ਸੇਵਿੰਗ ਕਰਵ ਹਮੇਸ਼ਾ ਕੀ ਹੈ ਨੈਗੇਟਿਵ ਤੋਂ ਸ਼ੁਰੂ ਹੁੰਦੀ ਹੈ। ਕਲੀਅਰ। ਸੋ ਆਪਾਂ ਕੀ ਲਿਖਾਂਗੇ ਕਿ ਜੋ ਟੇਬਲ ਆ ਜਾਂ ਡਾਇਗਰਾਮ ਉਹ ਕੀ ਸ਼ੋ ਕਰ ਰਹੇ ਨੇ ਕਿ ਜਿਹੜਾ APS ਆ ਇਨਕਰੀਜ਼ਸ। ਕਹਿੰਦੇ APS ਜਿਹੜੀ ਐਵਰੇਜ ਪ੍ਰੋਪੈਂਸਿਟੀ ਟੂ ਸੇਵ ਆ ਇਹ ਇਨਕਰੀਜ਼ ਹੋਊਗੀ ਵਿਦ ਦਾ ਇਨਕਰੀਜ਼ ਇਨ ਇਨਕਮ। ਇਨਕਮ ਦੇ ਇਨਕਰੀਜ਼ ਆਉਣ ਦੇ ਨਾਲ ਕੀ ਆ APS ਕੀ ਆ ਇਨਕਰੀਜ਼ ਹੋ ਰਿਹਾ। ਪਹਿਲਾਂ ਇਹ 0.2 ਸੀ ਫਿਰ 0.4 ਹੋ ਗਿਆ। ਕਲੀਅਰ। ਸੋ ਇਸ ਤੋਂ ਅੱਗੇ ਆਪਾਂ ਡਿਸਕਸ ਕਰਦੇ ਹਾਂ ਕਿ ਮਾਰਜਨਲ ਪ੍ਰੋਪੈਂਸਿਟੀ ਟੂ ਸੇਵ ਕੀ ਆ। ਠੀਕ ਹੈ, ਦੇਖੋ ਕਹਿੰਦੇ ਮਾਰਜਨਲ ਪ੍ਰੋਪੈਂਸਿਟੀ ਟੂ ਸੇਵ ਇਜ਼ ਅ ਰੇਸ਼ੀਓ ਆਫ ਚੇਂਜ ਇਨ ਸੇਵਿੰਗ ਟੂ ਅ ਚੇਂਜ ਇਨ ਇਨਕਮ। ਮੈਥਮੈਟਿਕਲੀ ਇਹਨੂੰ ਇਦਾਂ ਆਪਾਂ ਸ਼ੋ ਕਰ ਸਕਦੇ ਹਾਂ। ਠੀਕ ਹੈ, ਕੀ ਆ ਦੇਖੋ ਕਹਿੰਦੇ ਮਾਰਜਨਲ ਪ੍ਰੋਪੈਂਸਿਟੀ ਟੂ ਸੇਵ ਕੀ ਆ ਰੇਸ਼ੀਓ ਆ। ਠੀਕ ਹੈ, ਕਿੰਨਾ ਦੀ ਰੇਸ਼ੀਓ ਆ, ਕਿੰਨਾ ਦਾ ਅਨੁਪਾਤ ਆ। ਕਹਿੰਦੇ ਜਿੰਨਾ ਚੇਂਜ ਕੀ ਆ ਇਨਕਮ ਦੇ ਵਿੱਚ ਆਉਂਦਾ, ਇਨਕਮ ਦੇ ਚੇਂਜ ਹੋਣ ਦੇ ਨਾਲ ਜਿੰਨਾ ਚੇਂਜ ਕਿਹਦੇ ਵਿੱਚ ਆਉਂਦਾ ਸੇਵਿੰਗ ਦੇ ਵਿੱਚ ਆਉਂਦਾ, ਬਚਤਾਂ ਦੇ ਵਿੱਚ ਕਿੰਨਾ ਚੇਂਜ ਆਉਂਦਾ, ਉਹਨਾਂ ਦੋਨਾਂ ਦੀ ਰੇਸ਼ੀਓ ਨੂੰ ਉਹਨਾਂ ਦੋਨਾਂ ਦੇ ਅਨੁਪਾਤ ਨੂੰ ਆਪਾਂ ਕੀ ਬੋਲਦੇ ਆ MPS ਜਾਂ ਮਾਰਜਨਲ ਪ੍ਰੋਪੈਂਸਿਟੀ ਟੂ ਸੇਵ ਬੋਲਦੇ ਆ। ਸੋ ਦੇਖੋ ਮੈਥਮੈਟਿਕ ਫਾਰਮ ਦੇ ਵਿੱਚ MPS is equal to change in S over change in Y। ਠੀਕ ਹੈ, ਵੇਅਰ ਚੇਂਜ ਇਨ S ਕੀ ਹੈ ਚੇਂਜ ਇਨ ਆਪਾਂ ਲਿਖ ਸਕਦੇ ਹਾਂ ਸੇਵਿੰਗ ਔਰ ਡੈਲਟਾ Y ਕੀ ਹੈ ਚੇਂਜ ਇਨ ਇਨਕਮ। ਦੇਖੋ ਫॉर एग्जांपल ਕਹਿੰਦੇ ਵੈਨ ਇਨਕਮ ਇਨਕਰੀਜ਼ਸ, ਪਹਿਲਾਂ ਇਨਕਮ ਕਿੰਨੀ ਸੀ 100 ਕਰੋੜ, ਉਸ ਤੋਂ ਵੱਧ ਕੇ ਇਹ ਕੀ ਹੋ ਗਈ 200 ਕਰੋੜ। ਮਤਲਬ ਕਿੰਨਾ ਚੇਂਜ ਆਇਆ ਇਨਕਮ ਦੇ ਵਿੱਚ 100 ਕਰੋੜ ਦਾ। ਕਲੀਅਰ। ਇਸ ਤੋਂ ਅੱਗੇ ਦੇਖੋ ਕਿ ਪਹਿਲਾਂ ਕੀ ਆ ਸੇਵਿੰਗ 50 ਕਰੋੜ ਰੁਪਏ ਹੋ ਰਹੀ ਸੀ, ਇਹ ਕੀ ਆ 100 ਹੋ ਗਈ। ਠੀਕ ਹੈ, 100 ਕਰੋੜ ਹੋ ਗਈ। ਮਤਲਬ ਕਿੰਨੇ ਦਾ ਚੇਂਜ ਆਇਆ ਆਪਣੇ ਕੋਲ 50 ਕਰੋੜ ਦਾ। ਠੀਕ ਹੈ, ਸੋ ਚੇਂਜ ਇਨ S ਔਰ ਚੇਂਜ ਇਨ Y ਆਪਣੇ ਕੋਲ ਹੈਗਾ। ਸੋ ਆਪਾਂ ਫਾਰਮੂਲਾ ਦੇ ਵਿੱਚ ਪੁੱਟ ਕਰਕੇ 0.5 ਕੀ ਆ MPS ਫਾਈਂਡ ਕਰ ਲਾਂਗੇ। ਠੀਕ ਹੈ, ਇਸੇ ਤਰ੍ਹਾਂ ਕੀ ਆ ਆਪਾਂ ਇਹਨੂੰ ਟੇਬਲ ਦੇ ਰਾਹੀਂ ਵੀ ਕੀ ਹੈ ਸ਼ੋ ਕਰ ਸਕਦੇ ਹਾਂ। ਪਹਿਲਾਂ ਕੀ ਆ ਇਨਕਮ ਆ ਜਿਹੜੀ 0 ਤੋਂ ਸਟਾਰਟ ਹੁੰਦੀ ਹੈ। ਜਦੋਂ ਆਪਾਂ ਨੂੰ ਪਤਾ ਇਨਕਮ 0 ਹੁੰਦੀ ਹੈ ਸੇਵਿੰਗ ਆਪਣੀਆਂ ਮਾਈਨਸ 'ਚ ਚਲੀਆਂ ਜਾਂਦੀਆਂ। ਇਹ ਪੁਆਇੰਟ ਆਪਾਂ ਪਹਿਲਾਂ ਹੀ ਬੋਲ ਚੁੱਕੇ ਹਾਂ, ਤਾਂ ਕਰਕੇ ਡਾਇਗਰਾਮ ਦੇ ਵਿੱਚ ਜਿਹੜਾ ਸੇਵਿੰਗ ਪੁਆਇੰਟ ਆ ਹਮੇਸ਼ਾ ਕੀ ਹੈ ਨੈਗੇਟਿਵ ਹੁੰਦਾ। ਨੈਗੇਟਿਵ ਤੋਂ ਸਟਾਰਟ ਹੁੰਦਾ ਸੇਵਿੰਗ ਆਪਣੀ ਲਾਈਨ। ਕਲੀਅਰ। ਫਿਰ ਆਪਾਂ ਪੜਿਆ ਪਹਿਲਾਂ ਨੈਗੇਟਿਵ ਹੁੰਦਾ ਫਿਰ 0 ਹੋ ਜਾਂਦਾ ਤੇ ਫਿਰ ਇਹ ਕੀ ਹੈ ਪੋਜ਼ਿਟਿਵ ਹੋ ਜਾਂਦਾ। ਇਸੇ ਤਰ੍ਹਾਂ ਪਹਿਲਾਂ ਇਹ ਨੈਗੇਟਿਵ ਆ ਫਿਰ 0 ਆ ਫਿਰ ਕੀ ਆ ਸੇਮ ਕੀ ਆਪਾਂ ਕਹਿ ਸਕਦੇ ਆ ਲੀਨੀਅਰ ਫਾਰਮ ਦੇ ਵਿੱਚ ਇਹ ਬਣਨਾ ਵਾ। ਸੋ ਸੇਮ ਡਿਫਰੈਂਸ ਦੇ ਨਾਲ ਕੀ ਇਹ ਵੱਧ ਰਿਹਾ, ਪਹਿਲਾਂ 50-50 ਦੇ ਨਾਲ ਕੀ ਹੈ ਸੇਵਿੰਗਸ ਵੱਧ ਰਹੀਆਂ। ਕਲੀਅਰ। ਹੁਣ ਇਹਦੇ ਤੋਂ ਹੀ ਆਪਾਂ ਕੀ ਆ ਚੇਂਜ ਇਨ ਇਨਕਮ ਕੱਢ ਲਾਂਗੇ। ਇਨਕਮ ਦੇ ਵਿੱਚ ਚੇਂਜ ਆਪਾਂ ਨੂੰ ਪਤਾ ਕੀ ਕਿੰਨਾ ਆ ਰਿਹਾ 100 ਦਾ ਚੇਂਜ ਆ ਰਿਹਾ ਤੇ ਆਪਾਂ ਹੁਣ ਕਰ ਲਾਂਗੇ ਕਿ
ਚੇਂਜ ਇਨ ਸੇਵਿੰਗ ਦੇ ਵਿੱਚ ਕਿੰਨਾ ਚੇਂਜ ਆਉਂਦਾ ਕਿ 50-50 ਦਾ ਕੀ ਆ ਚੇਂਜ ਇਹਨਾਂ ਦੇ ਵਿੱਚ ਵੀ ਆ ਰਿਹਾ। ਕਲੀਅਰ। ਸੋ ਆਪਣਾ ਕੀ ਕੱਢਣਾ ਸੀ MPS ਇਜ਼ ਇਕੁਅਲ ਟੂ ਚੇਂਜ ਇਨ S ਓਵਰ ਚੇਂਜ ਇਨ Y। ਠੀਕ ਹੈ। ਸੋ ਆਪਾਂ ਹਰੇਕ ਪੁਆਇੰਟ ਤੇ 50/100 ਕਰਾਂਗੇ। ਠੀਕ ਹੈ। ਚੇਂਜ ਇਨ S ਓਵਰ ਚੇਂਜ ਇਨ Y ਤੇ ਆਪਣੇ ਕੋਲ ਜਿਹੜਾ ਪੁਆਇੰਟ ਹੋਊਗਾ 0.5 ਮਤਲਬ MPC ਹਰੇਕ ਪੁਆਇੰਟ ਤੇ ਕੀ ਹੋਊਗਾ ਸੇਮ ਚੇਂਜ ਹੋਊਗਾ। ਕਲੀਅਰ। ਸੋ ਇਸ ਤੋਂ ਅੱਗੇ ਦੇਖੋ ਆਪਾਂ ਇਹਦੀ ਡਾਇਗਰਾਮ ਕਿਵੇਂ ਬਣਾਵਾਂਗੇ। ਡਾਇਗਰਾਮ ਦੇ ਵਿੱਚ ਆਪਾਂ ਪਹਿਲਾਂ ਪੜ੍ਹਿਆ ਕਿ ਇਹਨੂੰ ਨੈਗੇਟਿਵ ਪੁਆਇੰਟ ਤੋਂ ਲੈਂਦੇ ਆ, ਫਿਰ ਮਾਈਨਸ ਤੇ 50 ਤੋਂ ਸਟਾਰਟ ਹੋ ਕੇ ਇਹ ਪੋਜ਼ੀਟਿਵ ਪਹਿਲਾਂ ਮਾਈਨਸ ਹੁੰਦੀ ਹੈ, ਫਿਰ 0 ਹੋ ਜਾਂਦੀ ਹੈ, ਫਿਰ ਪੋਜ਼ੀਟਿਵ ਹੋ ਜਾਂਦੀ ਹੈ। ਕਲੀਅਰ। ਇਦਾਂ ਹੀ ਕੀ ਆਪਾਂ ਲਾਈਨ ਬਣਾ ਕੇ ਕੀ ਆ ਪੁਆਇੰਟਸ ਦੇ ਉੱਪਰ ਕੀ ਦਿਖਾ ਸਕਦੇ ਹਾਂ ਕਿ ਇਧਰਲੀ ਸਾਈਡ ਤੇ ਕੀ ਹੈ ਚੇਂਜ ਇਨ ਇਨਕਮ ਸ਼ੋ ਕੀਤਾ ਗਿਆ ਕਿਉਂਕਿ ਆਪਾਂ ਇਨਕਮ ਲਈ ਆ, ਤੇ ਇਧਰਲੀ ਸਾਈਡ ਤੇ ਕੀ ਹੈ ਸੇਵਿੰਗ ਆ। ਸੋ ਆਹ ਵਾਲਾ ਗੈਪ ਕੀ ਸ਼ੋ ਕਰ ਰਿਹਾ ਜਿਹੜਾ C to B ਆ ਉਹ ਚੇਂਜ ਇਨ S ਸ਼ੋ ਕਰ ਰਿਹਾ, ਜਿੰਨਾ ਕੀ ਚੇਂਜ ਕਿੰਨਾ ਆ ਰਿਹਾ 0.5 ਚੇਂਜ ਆ ਰਿਹਾ। ਠੀਕ ਹੈ। ਕਹਿੰਦੇ ਇਸ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਡਾਇਗਰਾਮ ਜਾਂ ਟੇਬਲ ਤੋਂ ਪਤਾ ਲੱਗਦਾ ਕਿ ਇਨ ਦਾ ਕੇਸ ਆਫ ਲੀਨੀਅਰ ਸੇਵਿੰਗ ਫੰਕਸ਼ਨ MPS ਰਿਮੇਨਸ ਕਾਂਸਟੈਂਟ। ਠੀਕ ਹੈ। ਜਦੋਂ ਇਨਕਮ ਇਨਕਰੀਜ਼ ਹੁੰਦੀ ਹੈ ਤਾਂ ਉਦਾਂ ਹੀ MPS ਵਾਂਗੂ MPS ਵੀ ਕੀ ਆ ਕਾਂਸਟੈਂਟ ਰਹਿੰਦਾ, ਮਤਲਬ ਇਹਦੇ ਵਿੱਚ ਕੋਈ ਵੀ ਚੇਂਜ ਨਹੀਂ ਆਉਂਦਾ ਕਿਉਂਕਿ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਹਰੇਕ ਪੁਆਇੰਟ ਤੇ ਕੀ ਆ ਇਹ 0.5 ਆ ਰਿਹਾ। ਕਲੀਅਰ। ਸੋ ਇਸ ਤੋਂ ਅਗਲਾ ਟੌਪਿਕ ਆਪਣਾ ਹੈਗਾ ਰਿਲੇਸ਼ਨਸ਼ਿਪ ਬਿਟਵੀਨ APC ਐਂਡ APS। ਠੀਕ ਹੈ। ਆਪਾਂ APC ਬਾਰੇ ਵੀ ਪੜ੍ਹ ਚੁੱਕੇ ਹਾਂ ਔਰ APS ਬਾਰੇ ਵੀ ਪੜ੍ਹ ਚੁੱਕੇ ਹਾਂ, ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ ਐਂਡ ਐਵਰੇਜ ਪ੍ਰੋਪੈਂਸਿਟੀ ਟੂ ਸੇਵ। ਠੀਕ ਹੈ। ਹੁਣ ਆਪਾਂ ਇਹਨਾਂ ਦੋਨਾਂ ਦੇ ਵਿਚਕਾਰ ਕੀ ਆ ਇੱਕ ਰਿਲੇਸ਼ਨਸ਼ਿਪ ਦੱਸਣਾ ਵੀ ਇਹਨਾਂ ਦੋਨਾਂ ਦੇ ਵਿੱਚ ਕੀ ਸੰਬੰਧ ਆ। ਕਲੀਅਰ। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਵੀ ਕੇਨਜ਼ੀਅਨ ਦੇ ਅਕੋਰਡਿੰਗ ਆਪਾਂ Y ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ, ਜਾਂ ਤਾਂ ਆਪਾਂ ਉਹਨੂੰ ਕੰਜ਼ਿਊਮ ਕਰ ਲੈਂਦੇ ਹਾਂ ਜਾਂ ਆਪਾਂ ਸੇਵ ਕਰ ਲੈਂਦੇ ਹਾਂ। ਠੀਕ ਹੈ। ਇਹ ਇਕੁਏਸ਼ਨ ਨੂੰ ਆਪਾਂ ਇੱਕ ਥਿਊਰਮ ਦੀ ਤਰ੍ਹਾਂ ਕਰਦੇ ਹਾਂ। ਦੇਖੋ ਇਸ ਤੋਂ ਅੱਗੇ ਦੇਖੋ ਆਪਾਂ ਕਰ ਦੇਣਾ ਡਿਵਾਈਡਿੰਗ ਬੋਥ ਸਾਈਡਸ ਬਾਈ Y। ਠੀਕ ਹੈ। ਆਪਾਂ ਬੋਥ ਸਾਈਡਸ ਲੈਫਟ ਹੈਂਡ ਸਾਈਡ ਐਂਡ ਰਾਈਟ ਹੈਂਡ ਸਾਈਡ ਨੂੰ ਡਿਵਾਈਡ ਕਰ ਦੇਣਾ ਬਾਈ Y ਦੇ ਨਾਲ। ਸੋ ਦਿਸ ਓਵਰ ਦਿਸ C ਓਵਰ Y ਪਲਸ S ਓਵਰ Y। ਠੀਕ ਹੈ। ਡਿਵਾਈਡ ਕਰਕੇ ਇਸ ਤੋਂ ਅੱਗੇ ਆਪਾਂ ਨੂੰ ਪਤਾ ਕਿ ਇਹਦੇ ਨਾਲ ਆ ਕੈਂਸਲ ਹੋ ਜਾਊਗਾ ਤੇ ਆ ਕੀ ਰਹਿ ਜਾਏਗਾ 1। ਹੁਣ ਆਪਾਂ ਨੂੰ ਪਤਾ ਵੀ ਇਹ ਜਿਹੜਾ C ਆਪਾਂ ਫਾਰਮੂਲਾ ਕੀਤਾ ਕਿ C ਓਵਰ Y ਕਿਹਦੇ ਇਕੁਅਲ ਆ, ਆਪਾਂ ਨੂੰ ਪਤਾ APC ਦੇ। ਠੀਕ ਹੈ। ਔਰ S ਓਵਰ Y ਕਿਹਦੇ ਇਕੁਅਲ ਆ APS ਦੇ। ਸੋ ਆਪਾਂ ਇਹਨਾਂ ਦੀ ਜਗ੍ਹਾ ਤੇ ਆ ਵੀ ਲਿਖ ਸਕਦੇ ਹਾਂ APC ਪਲਸ APS। ਕਲੀਅਰ। ਸੋ ਇਹ ਕੀ ਆ ਆਪਣੇ ਕੋਲ ਰਿਲੇਸ਼ਨ ਪਤਾ ਚੱਲ ਗਿਆ ਕਿ APC ਪਲਸ APS ਆ ਜੋ। ਠੀਕ ਹੈ। ਇਹਨਾਂ ਦੋਨਾਂ ਦਾ ਪਲੱਸ ਕਿਹਦੇ ਬਰਾਬਰ ਹੁੰਦਾ 1 ਦੇ ਬਰਾਬਰ ਹੁੰਦਾ। ਕਲੀਅਰ। ਇਸ ਤੋਂ ਅੱਗੇ ਆਪਾਂ ਕੀ ਕਹਿ ਸਕਦੇ ਹਾਂ ਕਿ ਜੇ ਆਪਾਂ ਨੂੰ ਪਤਾ ਵਾ ਵੀ ਜੀ APC ਫਾਈਂਡ ਕਰਨਾ ਤਾਂ 1 ਮਾਈਨਸ APS ਕਰ ਸਕਦੇ ਹਾਂ ਆਪਾਂ। ਠੀਕ ਹੈ। ਇਸੇ ਫਾਰਮੂਲੇ ਤੋਂ ਆਪਾਂ ਅਗਲੇ ਫਾਰਮੂਲਾਜ਼ ਕ੍ਰੀਏਟ ਕਰ ਸਕਦੇ ਹਾਂ। ਸੋ ਜੇ ਆਪਾਂ APS ਪਤਾ ਕਰਨਾ ਔਰ 1 ਮਾਈਨਸ APC ਕਰ ਦਾਂਗੇ। ਕਲੀਅਰ। ਸੋ ਇਹਦੇ ਵਿੱਚ ਰਿਲੇਸ਼ਨ ਕੀ ਆ, ਸੋ ਆਪਾਂ ਕਹਿ ਸਕਦੇ ਹਾਂ ਕਿ ਇਟ ਮੀਨਸ ਦੈਟ ਦਾ ਸਮ ਆਫ APC ਐਂਡ APS ਇਜ਼ ਇਕੁਅਲਸ ਟੂ ਯੂਨਿਟੀ। ਯੂਨਿਟੀ ਦਾ ਮਤਲਬ ਹੁੰਦਾ 1। ਠੀਕ ਹੈ। ਆਪਾਂ ਪੜ੍ਹ ਚੁੱਕੇ ਹਾਂ ਕਿ APC ਐਂਡ APS ਆ ਜੋ। ਠੀਕ ਹੈ। ਉਹਨਾਂ ਦਾ ਸਮ ਜੋ ਉਹਨਾਂ ਦਾ ਪਲੱਸ ਆ ਕਿਹਦੇ ਬਰਾਬਰ ਆ 1 ਦੇ ਬਰਾਬਰ ਆ। ਠੀਕ ਹੈ। ਇਸ ਤੋਂ ਅੱਗੇ ਅਗਲਾ ਰਿਲੇਸ਼ਨਸ਼ਿਪ ਆਪਾਂ ਦਿਖਾਉਣਾ ਕਿ MPC ਤੇ MPS ਦੇ ਵਿੱਚ ਕੀ ਰਿਲੇਸ਼ਨ। ਆਪਾਂ ਨੂੰ ਪਤਾ ਉਦਾਂ ਹੀ ਕੇਨਜ਼ੀਅਨ ਦੇ ਅਕੋਰਡਿੰਗ ਕੀ ਆ Y ਨੂੰ 2 ਪਾਰਟਸ ਵਿੱਚ ਡਿਵਾਈਡ ਕੀਤਾ ਜਾਂਦਾ ਕੰਜ਼ੰਪਸ਼ਨ ਪਲੱਸ ਸੇਵਿੰਗ। ਸੋ ਆਪਾਂ ਨੂੰ ਪਤਾ ਵੀ ਜਿਹੜਾ MPC ਔਰ MPS ਆ ਆਪਾਂ ਉਹਦੇ ਵਿੱਚ ਹਮੇਸ਼ਾ ਕੀ ਹੈ ਚੇਂਜ ਨੂੰ ਯੂਜ਼ ਕਰਦੇ ਹਾਂ। ਠੀਕ ਹੈ। ਸੋ ਆਪਾਂ ਇਹਦੇ ਅੱਗੇ ਕੀ ਲਗਾ ਲਾਂਗੇ ਚੇਂਜ ਇਨ Y ਇਜ਼ ਇਕੁਅਲ ਟੂ ਚੇਂਜ ਇਨ C ਪਲੱਸ ਚੇਂਜ ਇਨ S। ਮਤਲਬ ਜਿੰਨਾ ਕਿ Y ਦੇ ਵਿੱਚ ਚੇਂਜ ਆਉਂਦਾ ਉਨਾ ਹੀ C ਦੇ ਵਿੱਚ ਆਊਗਾ ਤੇ ਉਦਾਂ ਹੀ ਉਹਦੇ ਨਾਲ ਕੀ ਆ Y ਦੇ ਵਿੱਚ ਚੇਂਜ ਆਉਣ ਦੇ ਨਾਲ S ਵਿੱਚ ਚੇਂਜ ਆ ਜਾਊਗਾ। ਸੋ ਆਪਾਂ ਡਿਵਾਈਡ ਕਰ ਦੇਣਾ ਬੋਥ ਸਾਈਡਸ ਬਾਈ ਚੇਂਜ Y ਦੇ ਨਾਲ। ਠੀਕ ਹੈ। ਸੋ ਚੇਂਜ Y ਓਵਰ ਚੇਂਜ Y ਚੇਂਜ ਇਨ C over change in Y plus change in S over change in Y। ਕਲੀਅਰ। ਹੁਣ ਇੱਧਰ 1 ਰਹਿ ਜਾਊਗਾ। ਹੁਣ ਆਪਾਂ ਨੂੰ ਪਤਾ ਵੀ ਜਿਹੜਾ change in C is equal to change in Y ਕਿਹਦਾ ਫਾਰਮੂਲਾ ਹੁੰਦਾ MPC ਦਾ। ਸੋ ਆਪਾਂ ਇਹਦੀ ਜਗ੍ਹਾ ਤੇ MPC ਲਿਖ ਸਕਦੇ ਹਾਂ। ਸੋ ਇਹਦੀ ਜਗ੍ਹਾ ਤੇ ਆਪਾਂ ਲਿਖ ਸਕਦੇ ਹਾਂ MPS। ਕਿਉਂ? ਕਿਉਂਕਿ ਆਪਾਂ ਨੂੰ ਪਤਾ ਵੀ ਆਹ ਵਾਲਾ ਫਾਰਮੂਲਾ ਜੋ ਚੇਂਜ ਇਨ S ਓਵਰ ਚੇਂਜ ਇਨ Y is equal to ਕਿਹਦੇ ਹੁੰਦਾ MPS
ਐਸ ਦੇ। ਸੋ ਆਪਾਂ ਇਹਦੇ ਤੋਂ ਵੀ ਇਹੀ ਰਿਲੇਸ਼ਨ ਨਿਕਲਿਆ ਇਹਦਾ ਕਿ ਜਿਹੜਾ MPC ਆ ਐਂਡ MPS ਆ, ਠੀਕ ਹੈ, ਇਹਨਾਂ ਦੋਨਾਂ ਦੇ ਸਮ ਕਿਹਦੇ ਇਕੁਅਲ ਹੁੰਦਾ, ਯੂਨਿਟਰੀ ਦੇ ਇਕੁਅਲ ਹੁੰਦਾ, ਮਤਲਬ 1 ਦੇ ਇਕੁਅਲ ਹੁੰਦਾ। ਜੇ ਆਪਾਂ ਨੂੰ ਕੀ ਆ ਫਾਈਂਡ ਕਰਨਾ MPC ਤਾਂ 1 ਮਾਈਨਸ ਆਪਾਂ MPS ਕਰ ਦਾਂਗੇ, ਜੇ ਆਪਾਂ ਫਾਈਂਡ ਕਰਨਾ MPS ਤਾਂ 1 ਮਾਈਨਸ MPC ਕਰ ਦਾਂਗੇ। ਕਲੀਅਰ? ਦੇਖੋ ਸੋ ਆਪਾਂ ਨੂੰ ਇੱਥੋਂ ਕੀ ਪਤਾ ਲੱਗਦਾ ਕਿ ਇਟ ਮੀਨਸ ਦੈਟ ਦਾ ਸਮ ਆਫ MPC ਐਂਡ MPS ਇਜ਼ ਇਕੁਅਲ ਟੂ ਦਾ 1, ਠੀਕ ਹੈ। ਇਹ ਆਪਣਾ ਕੀ ਆ, ਇਹਨਾਂ ਦਾ ਰਿਲੇਸ਼ਨ ਆ ਕਿ ਇਹਨਾਂ ਦੋਨਾਂ ਦਾ ਜਿਹੜਾ ਜੋੜ ਆ ਇੱਕ ਦੂਜੇ ਦੇ ਕੀ ਆ, ਇਹਨਾਂ ਦੋਨਾਂ ਦਾ ਜੋੜ ਕੀ ਆ 1 ਦੇ ਬਰਾਬਰ ਹੁੰਦਾ। ਕਲੀਅਰ? ਇਸੇ ਤਰ੍ਹਾਂ ਕੀ ਆ ਆਪਾਂ ਕਹਿ ਸਕਦੇ ਹਾਂ ਕਿ ਜੇ ਆਪਾਂ ਨੂੰ ਇਹਨਾਂ ਦੋਨਾਂ 'ਚ ਇੱਕ ਦੀ ਵੈਲਿਊ ਪਤਾ ਤਾਂ ਆਪਾਂ 1 'ਚੋਂ ਦੂਸਰੀ ਵੈਲਿਊ ਮਾਈਨਸ ਕਰਕੇ ਆਪਾਂ ਦੂਸਰੀ ਫਾਈਂਡ ਕਰ ਸਕਦੇ ਹਾਂ, ਠੀਕ ਹੈ। ਫੋਰ ਐਗਜ਼ਾਮਪਲ ਜੇ ਆਪਾਂ ਨੂੰ ਪਤਾ ਕਿ MPS ਪਤਾ ਵਾ ਤਾਂ ਆਪਾਂ MPC ਆਸਾਨੀ ਨਾਲ ਪਤਾ ਕਰ ਸਕਦੇ ਹਾਂ 1 'ਚੋਂ ਮਾਈਨਸ ਕਰਕੇ ਉਹ ਵੈਲਿਊ। ਕਲੀਅਰ? ਇਸੇ ਤਰ੍ਹਾਂ ਇਹ ਆਪਣਾ ਸਾਰਾ ਟੌਪਿਕ ਇੱਥੇ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।